सलामकुम जी। WHO मुताबिक एयर क्वालिटी इंडेक्स 50 होना चाहिए है तो 70 तो 80 तिकर एक्सैप्टेबल समझा जाता है, जबकि लाहौर में ये 265 है जोड़ा कि इंसानी सेहत वास्ते इंतहाई मुज़र है। तो हले कब्जा माफिया तो करप्ट हुक्मरान सिर्फ अपनी कमीशन खरी करने वास्ते लाहौर में 1 लाख एकड़ मिट्टी ਜ਼ਰਾਈ ਜ਼ਮੀਨ बर्बाद करके रावी रिवर प्रोजेक्ट बनाने जा रहे हैं, जिस ਵਿੱਚ 14 ਲੱਖ ਘਰ ਬਣਨਗੇ ਤੇ ਉਸ ਨਾਲ ਲਾਹੌਰ ਵਿੱਚ 1 ਕਰੋੜ ਆਬਾਦੀ ਮਜ਼ੀਦ ਵੱਧ ਜਾਏਗੀ। ਚਲੋ ਇਮਰਾਨ ਤੇ ਹੈ ਹੀ ਕਰਪਟ, ਪਰ ਕੀ ਇਸਟੈਬਲਿਸ਼ਮੈਂਟ ਦੇ ਥਿੰਕ ਟੈਂਕਸ ਵੀ ਇੰਨੇ ਨੇ? ਮਤਲਬ ਜਿਹੜੇ ਸਾਡੇ ਪੁਲਿਸੀ ਸਾਜ਼ ਇਦਾਰੇ ਨੇ ਜਾਂ ਸਾਡੀ ਇਸਟੈਬਲਿਸ਼ਮੈਂਟ ਹੈ ਕਿ ਉਹਨਾਂ ਨੂੰ ਵੀ ਨਹੀਂ ਦਿਸਦਾ ਕਿ ਅਸੀਂ 1.5 ਤੋਂ ਲੈ ਕੇ 2 2.5 3 ਕਰੋੜ ਲੋਕਾਂ ਦਾ ਇੱਕ ਤਰ੍ਹਾਂ ਦਾ ਕਤਲ ਕਰਨ ਜਾ ਰਹੇ। WHO ਦੇ ਜਿਹੜੀ ਵਾਰਨਿੰਗ ਹੈ ਉਹਦੇ ਵਿੱਚ ਉਹਦੇ ਰੈੱਡ ਜ਼ੋਨ 'ਚ ਲਾਹੌਰ ਹੈ ਔਰ 2025 ਵਿੱਚ ਇੱਥੇ ਵਾਟਰ ਕ੍ਰਾਈਸਿਸ ਜਿਹੜਾ ਮੁਕੰਮਲ ਤੌਰ 'ਤੇ ਪੈਦਾ ਹੋ ਜਾਏਗਾ। ਹੁਣ ਵੀ ਮੌਜੂਦਾ ਸੂਰਤ ਹਾਲ ਦੇ ਵਿੱਚ ਵੀ ਸਿਰਫ 4 ਤੋਂ 500 ਫੁੱਟ ਥੱਲੇ ਜਾ ਚੁੱਕਿਆ ਬੋਰ, ਜਿੱਥੇ ਜਾ ਕੇ ਪੀਣ ਲਾਇਕ ਪਾਣੀ ਮਯਸਰ ਹੈ। ਉਸ ਤੋਂ ਉੱਤੇ ਜਿਹੜਾ ਉਹ ਪਾਣੀ ਉਹ ਕੰਟੈਮੀਨੇਟਡ ਹੈ ਜਾਂ ਆਰਸੈਨਿਕ ਵਾਲਾ ਹੈ। ਅੱਛਾ, 500 ਤੋਂ ਲੈ ਕੇ 700 ਦੇ ਦਰਮਿਆਨ ਪੀਣ ਦੀ ਲਿਮਿਟ ਹੈ। 700 ਫੁੱਟ ਤੋਂ ਥੱਲੇ ਜਦੋਂ ਬੋਰ ਜਾਂਦਾ ਹੈ ਤਾਂ ਉੱਥੇ ਵੀ ਉਹ ਜਿਹੜਾ ਪਾਣੀ ਹੈ ਉਹ ਇਸ ਤਰ੍ਹਾਂ ਦੇ ਜ਼ਹਿਰੀਲੇ ਮਾਦਿਆਂ ਵਾਲਾ ਸ਼ੁਰੂ ਹੋ ਜਾਂਦਾ ਜਿਹੜਾ ਕਿ ਪੀਣ ਦੇ ਲਾਇਕ ਨਹੀਂ ਹੁੰਦਾ। ਹੁਣ ਜਿਹੜੇ ਸ਼ਹਿਰ 'ਚ ਫਿਜ਼ਾ ਹੀ ਸਾਜ਼ਗਾਰ ਨਹੀਂ ਰਹਿ ਗਈ, ਮਾਹੌਲ ਹੀ ਸਾਜ਼ਗਾਰ ਨਹੀਂ ਰਹਿ ਗਿਆ ਮਜ਼ੀਦ ਇਨਸਾਨੀ ਆਬਾਦੀ ਵਾਸਤੇ, ਉੱਥੇ ਤੁਸੀਂ 14 ਲੱਖ ਘਰ ਬਣਾਉਣ ਜਾ ਰਹੇ ਹੋ। 1 ਲੱਖ ਏਕੜ ਜ਼ਰਈ ਜ਼ਮੀਨ ਯਾਨੀ ਗ੍ਰੀਨ ਏਰੀਆ ਜ਼ਾਇਆ ਕਰਕੇ ਸੁੱਕੇ ਦਰਿਆ ਦੇ ਉੱਤੇ ਤੁਸੀਂ ਘਰ ਬਣਾਉਣ ਜਾ ਰਹੇ ਹੋ। ਔਰ ਉਹਦੇ ਵਿੱਚ ਜਦੋਂ ਉਹ 14 ਲੱਖ ਘਰ ਬਣਨਗੇ ਅਤੇ ਫੀ ਘਰ ਅਗਰ 5-6 ਲੋਕ ਵੀ ਗਿਣੋਗੇ, ਸਾਡੇ ਆਮ ਤੌਰ 'ਤੇ ਐਵਰੇਜ 5-6 ਤੋਂ ਜ਼ਿਆਦਾ ਹੀ ਅਫਰਾਦ ਹੁੰਦੇ ਨੇ ਇੱਕ ਘਰ 'ਚ, ਅਤੇ 1 ਕਰੋੜ ਕਮ ਅਜ਼ ਕਮ ਆਬਾਦੀ ਹੋਏਗੀ। ਉਹਨਾਂ ਕੋਲ ਗੱਡੀਆਂ ਹੋਣਗੀਆਂ, ਮੋਟਰਸਾਈਕਲਾਂ ਹੋਣਗੀਆਂ। ਹੁਣ ਮੈਂ ਤੁਹਾਨੂੰ ਦੱਸਦਾ ਜਾਂ ਕਿ ਇਹ ਜਿਹੜਾ ਏਅਰ ਪੋਲੂਸ਼ਨ ਹੈ ਇਹਦੇ ਵਿੱਚ ਸਿਰਫ 7 ਤੋਂ 11% ਜਿਹੜਾ ਹੈ ਉਹ ਫਸਲਾਂ ਦੇ ਯਾਨੀ ਜਲਾਨ ਨਾਲ ਆਲੂਦਗੀ ਫੈਲਦੀ ਹੈ, 7 ਤੋਂ 11%। ਬਾਕੀ ਸਾਰਾ ਦਾ ਸਾਰਾ ਜਾਂ ਤਾਂ ਰਿਹਾਇਸ਼ੀ ਇਲਾਕਿਆਂ ਦੀ ਪੋਲੂਸ਼ਨ ਹੈ ਜਾਂ ਗੱਡੀਆਂ ਦੀ, ਕਾਰਾਂ ਦੀ, ਮੋਟਰਸਾਈਕਲਾਂ ਦੀ ਜਾਂ ਇੰਡਸਟਰੀਅਲ ਏਰੀਆ ਦੀ। ਹੁਣ ਜਦੋਂ 1 ਕਰੋੜ ਆਬਾਦੀ ਮਜ਼ੀਦ ਵੱਧ ਜਾਏਗੀ ਤਾਂ ਇਹ ਪੋਲੂਸ਼ਨ ਕਿੱਥੇ ਜਾਏਗੀ? ਹੁਣ ਵੀ ਜਿਹੜਾ 265 ਇਹ ਐਵਰੇਜ ਹੈ। ਬਾਅਦ ਜਿਹੜੇ ਇਲਾਕੇ ਕੰਜਸਟਡ ਨੇ, ਜਿੱਥੇ ਡੈਂਸਲੀ ਪਾਪੂਲੇਟਡ ਏਰੀਆਜ਼ ਨੇ, ਉੱਥੇ 300 ਤੋਂ ਵੀ ਕ੍ਰਾਸ ਕਰ ਚੁੱਕਿਆ ਹੈ। ਬਾਅਦ 'ਚ 300 350 ਤੋਂ ਵੀ ਉੱਤੇ ਵੇ। ਤੁਸੀਂ ਅੰਦਾਜ਼ਾ ਕਰੋ ਕਿ ਜਦੋਂ 1 ਕਰੋੜ ਆਬਾਦੀ ਹੋਰ ਹੋ ਜਾਏਗੀ ਤਾਂ ਇਹ ਮਾਹੌਲ ਇਹ ਕਿਵੇਂ ਰਹਿਣ ਵਾਸਤੇ ਸਾਜ਼ਗਾਰ ਰਹਿ ਜਾਏਗਾ? 1 ਕਰੋੜ ਹੋਰ ਲੋਕ ਨਹੀਂ ਆਬਾਦ ਕਰਨੇ, ਜਿਹੜੇ ਇੱਥੇ ਮੌਜੂਦ ਨੇ ਉਹ ਵੀ 1.5 ਕਰੋੜ ਮਰਨਗੇ। ਤੇ ਮੇਰੀ ਸੁਪਰੀਮ ਕੋਰਟ ਤੋਂ ਬੇਨਤੀ ਹੈ ਚੀਫ ਜਸਟਿਸ ਸਾਹਿਬ ਤੋਂ ਇਹਦੇ ਸੋ ਮੋਟੋ ਨੋਟਿਸ ਲੈਣ ਔਰ ਇਹਦੇ ਤੇ ਹਾਈਲੀ ਕੁਆਲੀਫਾਈਡ ਲੋਕਾਂ ਦੀ ਰਾਏ ਤਲਬ ਕਰਨ ਕਿ ਇੱਥੋਂ ਦਾ ਲਾਹੌਰ ਦਾ ਮਾਹੌਲ ਔਰ ਲਾਹੌਰ ਦਾ ਜੋਗਰਾਫੀਆ ਇਹ ਸਭ ਕੁਝ ਬਰਦਾਸ਼ਤ ਕਰਨ ਦੇ ਲਾਇਕ ਰਹਿ ਗਿਆ ਹੈ ਜਾਂ ਨਹੀਂ। ਅਗਰ ਹੈ ਤਾਂ ਜ਼ਰੂਰ ਬਣਾਉਣ, ਲੇਕਿਨ ਅਗਰ ਨਹੀਂ ਫਿਰ ਇਹਨੂੰ ਫੌਰੀ ਤੌਰ 'ਤੇ ਇਸ ਮਨਸੂਬੇ ਨੂੰ ਕੈਂਸਲ ਕਰਾਇਆ ਜਾਏ। ਔਰ ਸਾਡੀ ਜਿਹੜੀ ਇਸਟੈਬਲਿਸ਼ਮੈਂਟ ਵੀ ਹੈ ਸੁੱਤੀ ਪਈ ਹੈ, ਉਹਨੂੰ ਲੋਕਾਂ ਦੇ ਮਰਨ ਜੀਣ ਦੀ ਕੋਈ ਪਰਵਾਹ ਨਹੀਂ। ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਖੁਦਾ ਦਾ ਵਾਸਤਾ ਆਪਣੇ ਥਿੰਕ ਟੈਂਕਸ 'ਚ ਥਿੰਕਰਸ ਰੱਖੋ, ਸੋਚਣ ਵਾਲੇ ਲੋਕ ਰੱਖੋ, ਦਿਮਾਗ ਵਾਲੇ ਲੋਕ ਰੱਖੋ। ਉਹ ਪਤਾ ਨਹੀਂ ਕਿੰਜ ਦਾ ਥਿੰਕ ਟੈਂਕ ਹੈ ਜਿੱਥੇ ਕੋਈ ਸੋਚਣ ਵਾਲੇ ਲੋਕ ਹੀ ਮੌਜੂਦ ਨਹੀਂ। ਉਹ ਕਿੰਜ ਦੇ ਥਿੰਕ ਟੈਂਕਸ ਨੇ? ਉਹ ਹਰ ਵਕਤ ਪ੍ਰੋਕਸੀ ਦੀ ਸ਼ਾਇਦ ਡਿਸਕਸ ਕਰਦੇ ਰਹਿੰਦੇ ਨੇ। ਇਨਸਾਨਾਂ ਦੀ ਜ਼ਿੰਦਗੀ ਨਾਲ ਉਹਨਾਂ ਨੂੰ ਸਰੋਕਾਰ ਹੀ ਕੋਈ ਨਹੀਂ। ਇਹ ਇੱਕ ਅੰਨਿਆਂ ਨੂੰ ਦੀਵਾਰ 'ਤੇ ਲਿਖੀ ਗੱਲ ਨਜ਼ਰ ਆ ਰਹੀ ਹੈ ਕਿ ਇਹ ਜਦੋਂ ਇਹ 1 ਕਰੋੜ ਦੀ ਆਬਾਦੀ ਦਾ ਇਜ਼ਾਫਾ ਹੋਏਗਾ, 14 ਲੱਖ ਘਰ ਬਣ ਜਾਣਗੇ, ਇੰਨਾ ਸਾਰਾ ਗ੍ਰੀਨ ਏਰੀਆ ਜਿਹੜਾ ਹੈ ਉਹ ਰੇਤ, ਬਜਰੀ, ਕੰਕਰੀਟ ਦਾ ਜੰਗਲ ਬਣ ਜਾਏਗਾ ਅਤੇ ਇਹ ਮਾਹੌਲ ਜਿਹੜਾ ਇਹ ਬਿਲਕੁਲ ਹੀ ਲਿਵੇਬਲ ਨਹੀਂ ਰਹੇਗਾ। ਇੱਥੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋਣਗੇ ਔਰ ਮਰਨਗੇ ਬੁਰੇ ਤਰੀਕੇ ਨਾਲ। ਇੱਥੇ ਇੱਕ ਐਸਾ ਅਲਮੀਆ ਜਨਮ ਲਏਗਾ, ਅੱਲਾ ਮਾफ़ ਕਰੇ, ਕਿ ਜਿਸ ਦਾ ਤਸੱਵਰ ਨਹੀਂ ਕੀਤਾ ਜਾ ਸਕਦਾ। ਔਰ ਇਹ ਸਿਰਫ ਲਾਹੌਰ ਨਹੀਂ, ਕਸੂਰ ਤਿੱਕਰ ਪਾਣੀ ਜ਼ੇਰੇ ਜ਼ਮੀਨ ਜਿਹੜਾ ਕੰਟੈਮੀਨੇਟਡ ਹੈ, ਉੱਥੇ ਵੀ ਟੈਨਰੀਜ਼ ਦੀ ਵਜ੍ਹਾ ਤੋਂ। ਇਹ ਪੂਰਾ ਜਿਹੜਾ ਇੱਕ ਰੇਡੀਅਸ ਹੈ, ਇਹ ਹਰ ਸ਼ਹਿਰ ਦਾ ਇੱਕ ਜੋਗਰਾਫੀਆ ਹੁੰਦਾ ਹੈ ਔਰ ਉਸ ਜੋਗਰਾਫੀਏ ਦੇ ਵਿੱਚ ਇੱਕ ਹੱਦ ਹੁੰਦੀ ਹੈ ਆਬਾਦੀ ਦੀ। ਇਸੇ ਵਾਸਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਵੀ ਹੈ ਕਿ ਸ਼ਹਿਰਾਂ ਨੂੰ ਇੰਨਾ ਜ਼ਿਆਦਾ ਵੱਡਾ ਨਾ ਕਰੋ।
ਲਿਹਾਜ਼ਾ ਜਿਹੜੇ ਲੋਕ ਵੀ ਜਿਸ ਤਰ੍ਹਾਂ ਵੀ ਸਮਝ ਸਕਦੇ ਨੇ, ਜੇ ਸਾਇੰਟੀਫਿਕ ਰੈਫਰੈਂਸ ਨਾਲ ਸਮਝ ਸਕਦੇ ਨੇ, ਮਜ਼ਹਬੀ ਹਵਾਲੇ ਨਾਲ ਸਮਝ ਸਕਦੇ ਨੇ, ਉਹ ਖੁਦਾ ਦਾ ਵਾਸਤਾ ਇਹਦੇ 'ਚ ਅੱਗੇ ਆਉਣ, ਆਪਣਾ ਕਿਰਦਾਰ ਅਦਾ ਕਰਨ। ਔਰ ਉਹ ਜਿਹੜੇ ਛੋਟੀਆਂ ਛੋਟੀਆਂ ਗੱਲਾਂ 'ਤੇ ਸਾਡੇ ਵਕਲਾ ਹਜ਼ਰਾਤ ਪਟੀਸ਼ਨਸ ਦਾਇਰ ਕਰਦੇ ਰਹਿੰਦੇ ਨੇ, ਆਈਨੀ ਪਟੀਸ਼ਨਸ, ਉਹਨਾਂ ਨੂੰ ਮੇਰੀ ਦਰਖਾਸਤ ਹੈ ਕਿ ਕੋਈ ਵਕੀਲ ਪਲੀਜ਼ ਇਸ ਇਸ਼ੂ ਦੇ ਉੱਤੇ ਗੌਰ ਕਰੇ ਔਰ ਇਹਦੇ ਖਿਲਾਫ ਪਟੀਸ਼ਨ ਦਾਇਰ ਕਰੇ। ਇਹ ਜਿਹੜਾ ਲਾਹੌਰ ਅਰਬਨ ਰਾਵੀ ਰਿਵਰ ਅਰਬਨ ਪ੍ਰੋਜੈਕਟ ਹੈ, ਇਹਨੂੰ ਕੈਂਸਲ ਕੀਤਾ ਜਾਏ। ਇਹਨੂੰ ਥਲ 'ਚ ਜਾਂ ਐਸੇ ਇਲਾਕੇ 'ਚ ਹੋਰ ਚੁਲਸਤਾਨ ਵਾਲੀ ਸਾਈਡ 'ਤੇ ਇੰਡਸਟਰੀਅਲ ਜ਼ੋਨ ਬਣਾ ਕੇ, ਤਾਂ ਕਿ ਉੱਥੇ ਰੋਜ਼ਗਾਰ ਵੀ ਮਿਲੇ ਲੋਕਾਂ ਨੂੰ ਔਰ ਉੱਥੇ ਇੱਕ ਸ਼ਹਿਰ ਵੀ ਆਬਾਦ ਹੋਏ। ਇਹ ਮਿੱਠੀਆਂ ਜ਼ਮੀਨਾਂ ਦਾ ਨੁਕਸਾਨ ਕਰਨਾ ਬੰਦ ਕੀਤਾ ਜਾਏ ਔਰ ਸਭ ਤੋਂ ਵੱਧ ਕੇ ਇਨਸਾਨੀ ਜ਼ਿੰਦਗੀ ਦਾ ਖਿਆਲ ਕੀਤਾ ਜਾਏ। ਜਿਹੜੇ ਲੋਕ ਲਾਹੌਰ ਬਰਬਾਦ ਹੋ ਜਾਏਗਾ, ਯਕੀਨ ਕਰੋ ਸ਼ਾਇਦ ਐਨ ਮੁਮਕਿਨ ਹੈ ਕਿ ਮੋਂਜ ਦਾੜੋ ਹੜੱਪਾ ਵੀ ਇਸੇ ਕਾਰਨ ਬਰਬਾਦ ਹੋਏ ਹੋਣ ਕਿ ਉਹ ਲਿਵੇਬਲ ਨਾ ਰਹੇ ਹੋਣ ਡਿਊ ਟੂ ਪਾਪੂਲੇਸ਼ਨ। ਅਤੇ ਇਸ ਚੀਜ਼ 'ਤੇ ਬੜੀ ਸੰਜੀਦਗੀ ਨਾਲ ਗੌਰ ਕਰਨ ਦੀ ਜ਼ਰੂਰਤ ਹੈ। ਲਾਹੌਰ 'ਚ ਕਤਨ ਘਰਾਂ ਦੀ ਜ਼ਰੂਰਤ ਨਹੀਂ। ਲਾਹੌਰ ਦੇ ਵਿੱਚ ਸੈਂਕੜੋਂ ਔਰ ਹਜ਼ਾਰਾਂ ਸੁਸਾਇਟੀਆਂ ਜਿਹੜੀਆਂ ਨੇ ਉਹ ਹਲੇ ਗੈਰ ਆਬਾਦ ਪਈਆਂ ਨੇ। ਕੋਈ 5% ਘਰ ਬਣੇ ਨੇ, ਕਿਸੇ 'ਚ 5% ਵੀ ਨਹੀਂ ਬਣੇ। ਅਤੇ ਉੱਥੇ ਘਰ ਬਣਾਏ ਜਾਣ ਔਰ ਸਰਕਾਰ ਨੂੰ ਤਾਂ ਘਰ ਬਣਾਉਣ ਦੀ ਲੋੜ ਹੀ ਨਹੀਂ। ਇਹ ਤਾਂ ਕਮਿਸ਼ਨ ਖਾਣ ਵਾਲੀ ਗੱਲ ਹੈ ਕਬਜ਼ਾ ਮਾਫੀਆ ਕੋਲੋਂ ਔਰ ਦੂਜੇ ਤੀਜੇ ਜਿਹੜੇ ਬਿਲਡਰਸ ਹੁੰਦੇ ਨੇ ਉਹਨਾਂ ਕੋਲੋਂ, ਕਿ ਇਹ ਇੰਜ ਦੇ ਪ੍ਰੋਜੈਕਟਸ ਲਾਂਚ ਕੀਤੇ ਜਾਣ ਅਤੇ ਉਹਨਾਂ ਦੇ ਵਿੱਚੋਂ ਵੱਡੀ ਵੱਡੀ ਕਮਿਸ਼ਨ ਨਿਕਲੇ ਸਿਆਸਤਦਾਨਾਂ ਵਾਸਤੇ। ਲਿਹਾਜ਼ਾ ਖੁਦਾ ਦਾ ਵਾਸਤਾ ਇਹਦੇ 'ਤੇ ਗੌਰ ਕਰੋ। ਚੀਫ ਜਸਟਿਸ ਸਾਹਿਬ, ਤੁਸੀਂ ਇਹਦੇ 'ਤੇ ਅੱਜ ਖੁਦ ਨੋਟਿਸ ਲਓ ਔਰ ਇਸ ਮਾਮਲੇ ਦੀ ਤਹਿ ਤੱਕ ਪਹੁੰਚੋ। ਰੱਬ ਰਾਖਾ।